ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਅੱਜ ਪਾਵਨ ਹੁਕਮਨਾਮੇ ਸਾਹਿਬ, ਜੋ ਪਾਵਨ ਫਰਮਾਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ੇ ਹਨ। ਗੁਰਪੂਰਾ ਪੇਟਿਓ ਵਡ ਭਾਗੀ, ਮਨੇ ਭਇਆ ਪਰਗਾਸਾ। ਜਦੋਂ ਗੁਰੂ ਪੂਰਾ ਸਾਨੂੰ ਲੱਭ ਪਿਆ, ਜਦੋਂ ਗੁਰੂ ਪੂਰੇ ਨਾਲ ਸਾਡਾ ਮਿਲਾਪ ਹੋ ਗਿਆ, ਦਰਸ਼ਨ ਹੋ ਗਏ ਤੇ ਅਸੀਂ ਵਡਭਾਗੀ ਹੋ ਗਏ। ਮਨੇ ਭਇਆ ਪਰਗਾਸਾ, ਮਨ ਵਿੱਚ ਹੁਣ ਬੜੀ ਹੀ ਖੁਸ਼ੀ ਹੈ, ਚਾਂਦਨਾ ਹੈ, ਖੇੜਾ ਹੈ। ਕੋਈ ਨਾ ਪਹੁੰਚਣ ਹਾਰਾ ਦੂਜਾ, ਕੋਈ ਵੀ ਨਹੀਂ ਉਸ ਤੱਕ ਪਹੁੰਚ ਸਕਦਾ। ਸਤਿਗੁਰ ਦੇ ਬਰਾਬਰ ਕੌਣ ਹੋ ਸਕਦਾ। ਆਪਣੇ ਸਾਹਿਬ ਕਾ ਪਰਵਾਸਾ, ਸਾਨੂੰ ਆਪਣੇ ਸਾਹਿਬ ਦਾ ਹੀ ਪਰਵਾਸਾ ਹੈ। ਉਹਨਾਂ ਹੀ ਆਸਰਾ ਦਿੱਤਾ ਹੈ ਸਾਨੂੰ, ਉਹਨਾਂ ਦਾ ਹੀ ਮਾਣ ਹੈ ਸਾਨੂੰ। ਆਪਣੇ ਸਤਿਗੁਰ ਕਾ ਬਲਿਹਾਰਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਅਸੀਂ ਆਪਣੇ ਸਤਿਗੁਰ ਤੋਂ ਬਲਿਹਾਰ ਜਾਂਦੇ ਹਾਂ। ਬਲਿਹਾਰ ਆਗੇ ਸੁਖ ਪਾਛੇ ਸੁਖ ਸਹਿਜਾ, ਅੱਗੇ ਵੀ ਸਾਨੂੰ ਸੁਖ ਦਿੰਦਾ ਹੈ ਸਤਿਗੁਰੂ, ਅੱਗੇ ਸਾਡੇ ਸਾਰੇ ਸੁੱਖ ਹੀ ਖੜੇ ਹਨ। ਪਾਛੈ ਸੁਖ ਸਹਿਜਾ, ਪਾਛੇ ਜੋ ਸਮਾਂ ਬੀਤ ਗਿਆ ਹੈ ਉੱਧਰ ਵੀ ਬੜੇ ਹੀ ਸੁੱਖ ਸਨ। ਘਰ ਆਨੰਦ ਹਮਾਰੇ ਹੈ, ਸਾਡੇ ਘਰ ਆਨੰਦ ਹੋ ਗਿਆ ਹੈ। ਇੱਕ ਤੇ ਘਰ ਹੁੰਦਾ ਹੈ ਜਿੱਥੇ ਅਸੀਂ ਰਹਿੰਦੇ ਹਾਂ, ਉਹ ਨਹੀਂ।
ਇੱਕ ਘਰ ਹੁੰਦਾ ਹੈ ਹਿਰਦਾ ਰੂਪੀ ਘਰ, ਜਿਹਦੇ ਵਿੱਚ ਖੇੜਾ ਆ ਜਾਵੇ ਉਹਦੇ ਆਨੰਦ ਹੀ ਆਨੰਦ ਵਰਸਦਾ ਹੈ ਜੀ, ਰਸ ਆਉਂਦਾ। ਇਹ ਉਸ ਘਰ ਦੀ ਗੱਲ ਹੋ ਰਹੀ ਹੈ ਜੋ ਹਿਰਦਾ ਰੂਪੀ ਘਰ ਹੈ। ਰਹਾਓ ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ। ਉਹ ਅੰਤਰਜਾਮੀ ਹਨ, ਦਿਲਾਂ ਦੀ ਜਾਣਦੇ ਹਨ, ਸਭ ਕੁਝ ਕਰਨ ਅੰਦਰ ਸਮਰੱਥ ਹਨ, ਕਰਨੇ ਹਾਰ ਵੀ ਉਹੀ ਹਨ। ਸੋਈ ਖਸਮ ਹਮਾਰਾ। ਤੇ ਐਸੇ ਸਾਡੇ ਸਤਿਗੁਰ ਹਨ ਜੋ ਸਾਡੇ ਸਾਰੀ ਜੀਵ ਇਸਤਰੀਆਂ ਦੇ ਖਸਮ ਬਰਾਬਰ ਹਨ, ਕਿਉਂਕਿ ਅਕਾਲ ਪੁਰਖ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ, ਸਭ ਦਾ ਧਿਆਨ ਕਰਦਾ ਹੈ। ਨਿਰਭਉ ਭਏ ਗੁਰ ਚਰਨੀ ਲਾਗੇ, ਬਿਨਾਂ ਡਰੇ ਹੋਏ ਹੁਣ ਗੁਰੂ ਦੀ ਚਰਨੀ ਵਿੱਚ ਲੱਗੇ ਹਾਂ। ਇੱਕ ਰਾਮ ਨਾਮ ਆਧਾਰਾ, ਰਾਮ ਨਾਮ ਦਾ ਹੀ ਆਧਾਰ ਹੈ, ਉਹਦਾ ਹੀ ਭਰੋਸਾ ਹੈ, ਸਿਮਰਨ ਦਾ ਹੀ। ਸਫਲ ਦਰਸ਼ਨ ਅਕਾਲ ਮੂਰਤ, ਸਾਡੇ ਦਰਸ਼ਨ ਵੀ ਸਫਲ ਹਨ। ਨੇਤਰਾਂ ਨਾਲ ਅਸੀਂ ਗੁਰੂ ਜੀ ਦਰਸ਼ਨ ਕਰਦੇ ਹਾਂ। ਅਕਾਲ ਮੂਰਤ, ਉਹ ਅਕਾਲ ਦੀ ਮੂਰਤ ਹੈ। ਪ੍ਰਭ ਹੈ ਵੀ ਹੋਵਨਾਰਾ, ਉਹ ਹੈ ਵੀ ਸੰਸਾਰ ਤੇ ਆਉਣ ਵਾਲੇ ਸਮੇਂ 'ਚ ਉਹੀ ਹੋਏਗਾ। ਜੋ ਸਤਿਗੁਰ ਹਨ, ਗੁਰ ਪਰਮੇਸ਼ਵਰ ਏਕੋ ਜਾਨ। ਗੁਰੂ ਦੇ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਫਰਕ ਥੋੜਾ ਨਾ, ਇੱਕੋ ਹੀ ਹਨ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਸਾਨੂੰ ਆਪਣੇ ਕੰਠ ਨਾਲ ਲਗਾ ਕੇ ਰੱਖਦਾ ਹੈ, ਆਪਣੇ ਜਨਾਂ ਦੀ ਰੱਖਦਾ ਹੈ, ਆਪਣੀ ਪ੍ਰੀਤ ਪਿਆਰਾ। ਆਪਣੀ ਪ੍ਰੀਤ ਨੂੰ, ਆਪਣੇ ਪ੍ਰੇਮ ਕਰਨ ਵਾਲਿਆਂ ਨੂੰ ਉਹਨਾਂ ਦਾ ਪਿਆਰਾ ਹੈ, ਉਹਨਾਂ ਨੂੰ ਚੰਗਾ ਲੱਗਦਾ ਹੈ। ਵੱਡੀ ਵਡਿਆਈ ਆਚਰਜ ਸੋਭਾ, ਉਹਦੀ ਵਡਿਆਈਆਂ, ਉਹਦਾ ਅੰਤ ਨਹੀਂ ਪਾ ਸਕਦੇ ਪਰਮੇਸ਼ਰ ਦਾ। ਹੈਰਾਨ ਕਰਨ ਵਾਲੀ ਸੋਭਾ ਹੈ ਅਚਰਜ ਸੋਭਾ। ਅਚਰਜ ਹੁੰਦਾ ਹੈ ਹੈਰਾਨ ਕਰਨ ਵਾਲੀਆਂ ਉਹਦੀ ਸ਼ੋਭਾ। ਹਾਂ, ਕਾਰਜ ਆਇਆ ਰਾਸੇ, ਸਾਰੇ ਕਾਰਜ ਹੁਣ ਰਾਸ ਆਣੇ ਸ਼ੁਰੂ ਹੋ ਗਏ, ਖੁਸ਼ੀਆਂ ਦੇ ਸਾਰੇ ਕਾਰਜ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਨਾਨਕ ਸਾਹਿਬ ਉਸ ਜੋ ਗੁਰੂ ਨਾਨਕ ਸਾਹਿਬ ਹਨ ਉਹ ਪੂਰੇ ਸਨ। ਗੁਰੂ ਅਰਜਨ ਦੇਵ ਜੀ ਕਹਿੰਦੇ ਜਦ ਇਹ ਸਾਨੂੰ ਪ੍ਰਾਪਤ ਹੋਏ ਹਨ, ਮਿਲੇ ਹਨ, ਸਾਡੇ ਸਗਲੇ ਦੁੱਖ ਬਿਨਾਸੇ, ਸਾਰੇ ਹੀ ਦੁੱਖ ਚਲੇ ਗਏ। ਮਨ ਤਨ ਦੇ ਰੋਗ ਸੋਗ ਸਭ ਉੜ ਗਏ ਹਨ, ਸਾਰੇ ਦੁੱਖ ਦੂਰ ਹੋ ਗਏ ਹਨ ਜੀ। ਇਹ ਸਤਿਗੁਰ ਮਹਾਰਾਜ ਜੀ ਦੀ ਵਡਿਆਈਆਂ ਹਨ, ਗੁਣ ਹਨ, ਜਿਨ੍ਹਾਂ ਕਰਕੇ ਸਾਨੂੰ ਪ੍ਰੀਤ ਔਰ ਪ੍ਰੇਮ ਆਉਂਦਾ ਹੈ। ਆਪਣੇ ਗੁਰੂ ਉੱਪਰ ਅਸੀਂ ਬਲਿਹਾਰ ਜਾਂਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਕਰਦੇ ਹਾਂ। ਆਓ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਨਾ ਇੱਕ ਵਾਰਤਾ ਲੈਂਦੇ ਹਾਂ। ਉਸ ਵੇਲੇ ਸਿੱਖ ਆਏ ਹਨ ਦਰਸ਼ਨਾਂ ਨੂੰ, ਤੇ ਸਿੱਖਾਂ ਨੇ ਪ੍ਰਸ਼ਨ ਰੱਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ, ਮਹਾਰਾਜ ਭਾਣਾ ਕੀ ਹੁੰਦਾ ਹੈ ਤੇ ਭਾਣਾ ਕਿਸ ਤਰ੍ਹਾਂ ਮੰਨੀਦਾ, ਇਹ ਸਾਨੂੰ ਕੋਈ ਉਦਾਹਰਨ ਬਖਸ਼ੋ। ਸਤਿਗੁਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸੱਚੀ ਮੁੱਚੀ ਭਾਣਾ ਮੰਨਣ ਵਾਲੇ ਸਿੱਖ ਦੇ ਹੀ ਦਰਸ਼ਨ ਕਰਾ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਈਆਂ। ਗੁਰੂ ਦਾ ਭਾਣਾ ਮੰਨਣਾ ਸੌਖੀ ਗੱਲ ਨਹੀਂ ਹੈ।
जिस तरह गुरु अर्जन देव जी ने मन्निया है, तत्ती तवी ते बहना कोई सौखी गल सी, शहीदियां देनियां। श्री गुरु तेग बहादुर जी ने जिस तरह बलिदान दिता, दिल्ली सीसगंज, ये भाना मनना ही सी, करन में समर्थ सी सब कुछ, लेकिन मन्निया। सतगुरु महाराज जी ने भाई पेखारी जी को भेज दिता। सिख दर्शन करन नूं भाई पेखारी जी के घर पहुंच गया जी। भाई पेखारी जी उस वेले एक चिता वर्गा ना 4 बांस वाला तख्ता जिन्हों कहते तैयार कर रहे सन। आखो सतनाम श्री तख्त जिन्हों कहते चिता वास्ते तुसीं देखिया होना, 4 साइडां उहदा मुठा हुंदा फड़न वाला, वो चीज़ की तैयारी कर रहे हैं भाई पेखारी। सिख कोल बैठ गया, पर उस वेले घर विच रौनक बड़ी सी। पेखारी जी के घर ना बहुत रौनक सी, मेला लग्या सी, रिश्तेदारी बहुत आई पी सी, ठाठ बाट सी, खान पीन का समान पदार्थ, जगह जगह विवाह की तैयारियां चल रही सन। कोई मिठाइयाँ तैयार करवा रहे सन, कोई खा रहे सन, कोई नवे कपड़े देख रहे सन। पेखारी जी अपना इस चिता दे तख्ते ना लगे ते नाम जप रहे। आखो सतनाम श्री नाम जप रहे। ते सिख नूं कहंदे कल मेरे बेटे की शादी है, विवाह है, तुसी ठहरो, अगले दिन तक इंतजार करो, रात इधर ही साडे मेहमान नवाजी। हुण सिख ठहर गया, सिख ठहर गया। अगला दिन चढ़ गया, बरात बिल्कुल तैयार हो गई है। जदों जवान बेटा मंडल तो शादी करके, शादी हो चुकी सी, करके वापस घोड़े ते आ रहा सी ना, वापस घर वाल, अचानक ही घोड़े नूं पता नहीं की होया ते जोर दी मुंडा थले डिग पिया सिर दे वल। आखो सतनाम श्री वाह। और मौके ते ही जवान मुंडे की मौत हो गई। आखो सतनाम श्री वाह। सारा खुशी का समा गमी च बदल गया। किथे जय रौनकां लगियां सी, किथे मौत जवान बच्चे। भाई भिखारी जी दे, भिखारी जी तख्त मंगवा लिया, जड़ा एक दिन पहले सिख ने देखिया ना तैयारी कर रहे सी, भिखारी जी ने तख्ता मंगा लिया। जड़ा कल पहले तैयार किया सी अपने हथी। सिख बहुत हैरान होया, कहंदा बाबा जी तुहानू पहले तो ही सारा भाना पता सी, ते तुसां फिर शादी क्यों की मुंडे की। आखो सतनाम श्री वाह। इस बच्ची का की होएगा, ये तो विधवा हो गई। पर भिखारी जी कहन लगे इस लड़की दे भागां विच यही लिखिया सी। आखो सतनाम श्री वाह। ते मेरे मुंडे ने अकाल चलाना करना सी, ये भी लिखिया सी, क्योंकि ब्रह्म ज्ञानी सी भिखारी, उन्होंने सोझी सी आने वाले समय। वो कुड़ी भी कहते पिछले जन्म की बख्शाण आई सी अपने पाप। वो कुड़ी का भी इतिहास है, जड़ी नूह बन के आई सी ना, उन्हें संतां महापुरुषों के घर जन्म मंगिया सी आप, ते उन्होंने वादा किया गया सी कि भाई भिखारी के घर तुहाडे विआह होएगा अगले जन्म, उत्थे फिर तुसी संगत की सेवा करनी है बेटी। हुण विधवा होके देखो उधर ही रही है कुड़ी, और संगत के जूठे भांडे मांजने भाणे विच। विधवा तो होई सी, पर भाणे विच रही, आग्या विच रही, ते लड़की ने अपने सारे पाप धो ले। आखो सतनाम श्री वाह। ये होना सी, इस तरह उधर बच्ची का भला होना सी। भाणा मनना ही भगती की निशानी है। भाई भिखारी जी ने सिख नूं उपदेश दिता। गुरु अर्जन देव जी के सिख सन भाई भिखारी। एक और वार्ता लैनी है कबीर जी के जीवन विचों ना। कबीर जी एक बाजार विचों जा रहे सन। एक सेठ
हीरे का व्यापारी मिल गया। कबीर जी ने उस सेठ ਨੂੰ मुलाकात करके उपदेश दिता, सेठ जी संगत करया करो, संगत विच आया करो, कुछ समा व्यापार तो घट के इधर भी लाया करो। पर सेठ ने माया के हंकार विच इनकार कर दिता, माया के मोह विच फसिया, बच्चियां के मोह विच फसिया। कहा जे मैं तुहाडी संगत विच आवांगा ते तुहाडी दुकानदारी चंगी चल जाएगी। आखो सतनाम श्री वाह। कहते क्योंकि मैं सेठ हाँ, दुनिया मेरे पर निगाह देखती है ते दुनिया की निगाह लग जाएगी। फलाना सेठ कबीर जी दे घर संगत करन गया है, इस करके तुसी कहंदे हो। पर उन्होंने ज्ञान नहीं सी इन्नी वड्डी, उन्हें होमे वाली गल कहती कबीर जी ने। कुछ दिन बाद फिर सेठ कोल आए ते सेठ नूं बेनती की, पर सेठ ने वो गल नहीं मन्नी संगत वाली। नौकरां कोलों कबीर जी ने कबीर जी नूं धक्के मार के कढ़वा दिता जी। नौकरां नूं कहता इस कबीर नूं बाहर कढ़ दो, ये मैनू अपने वाल जोड़न की कोशिश कर रहा संगत वाल। सेठ हंकारी हो गया सी, मोह दा फसिया सी। सेठ संगत विच जाना नहीं चाहता सी। दरअसल कुछ दिनों बाद, हफ्ते को बाद ना उस सेठ की मौत हो गई, अकाल चलाना कर गया। आखो सतनाम श्री वाह। क्योंकि माड़े कर्म से संगत नहीं मिली, पर मर गया, संतां दा वचन नहीं मन्निया। उसी तरह होया, सेठ मर गया और बलद की जोनी विच, बैल की जोनी विच पै गया जी। उसी शहर विच आ गया, उसी दुकान के अगे कबीर जी गुजर रहे सी। कबीर जी ने पहचान कर ली, क्या ये सेठ मैं तेनू बचान वास्ते संगत करन वास्ते तां ही कहंदा सी। हुण दस किवें नाम जपेगा तू, दस। बैल के कान विच गल्लां करदे कबीर। हुण वो की बोलेगा जी? वो जोनी च नाम जपिया नहीं जाता, बोलिया जाता नहीं, हुण तो खाली सुन सकता है बस। उसी दुकान ते हुण वो बैल खड़ा है ते नौकर भजा रहे हैं, मूँह दा फसिया है ना, दुकान के कोल ही खड़ा है, अपने पुत्रां वल देखी जाता। डंडे मार मार के नौकरां ने भजा दिता उस सेठ नूं, बैल जोनी वाले। पर सेठ अजे भी मोह विच है जी। देखो मोह इतनी आसानी नाल नहीं जाता। अगला जन्म उन्होंने हुण बैल मरिया तो कुत्ते का मिल गया जी, कुत्ते की जोनी पै गया। हुण कुत्ता बन के उसी घर की रखवाली करता है जिथे वो सेठ सी। किसी टाइम रखवाली करन लग पिया। फिर कबीर जी लंघे बाजारी चो ते सेठ नूं कुत्ते की जोन विच भी पहचान लिया। कहंदे सेठ जी अजे भी मोह नहीं छड्डिया, हुण ते कुत्ते की जोन विच आ गए हो, हुण किवें नाम जपोगे? हुण की होया? हुण ओ फिर सेठ मोह दे विच रहिंदा सी, हजे भी नहीं मोह गया उहदा। ते हुण दुध जड़ी देंदी है ना मझ, जिन्हों कहंदे मझ, हुण ओ मझ बन गया है जी। आखो सतनाम श्री वाह। उसी घर विच मझ बन के खड़ा है। कबीर जी भला करन आए। कबीर जी ने फिर सेठ के कान विच किया, सेठ हुण भी समा ही मोह दे विचों निकल जा, वरना होर भी भ्रिष्ट जोनियां च पेंगा। होर भी हुण मझ दे जोन तो निकलिया है, सेठ मोह दा फसिया ते सप दी जोनी विच पै गया। आखो सतनाम श्री वाह। सर्प दी जोन विच पै के ना हुण घर की तिजोरी माया दे उपर ही बह गया। आखो सतनाम श्री वाह। उसी घर ही बैठा है, रखवाली करता है कि कोई माड़ा चोर इस धन दौलत नूं लै ना जाए, मैं उन्होंने मार दांगा। सप बन के बैठा, मोह नहीं छुटता है। अंत विच उहदा भला करन कबीर जी उहदे कोल आए, कई बारी आए, उन्हें ठुकरा दी गल। हुण उहदा देखो मोह किन टुटिया।
ਸੱਪ ਨੂੰ ਉਹਦੇ ਪੁੱਤਰਾਂ ਨੇ ਆਪ ਹੀ ਦੇਖ ਲਿਆ ਇੱਕ ਦਿਨ, ਤਿਜੋਰੀ ਕੋਲ ਬੈਠਾ ਕਾਲਾ ਨਾਗ, ਸੇਠ ਸੀ ਉਹ। उन पुत्रा ने डंडे मार मार के ਉਹਦੇ ਖੋਪੜੇ ਤੇ ਉਹਨੂੰ ਮਾਰ ਦਿੱਤਾ। ਕੋ ਸਤਨਾਮ ਸ਼੍ਰੀ ਵਾਹ। ਹੁਣ ਜਾ ਕੇ ਉਹਦਾ ਮੋਹ ਟੁੱਟਿਆ ਹੈ। ਹੁਣ ਜਾ ਕੇ ਸੱਪ ਦੀ ਜੋਨੀ 'ਚ ਉਹਨੂੰ ਗਿਆਨ ਹੋਇਆ। ਕਹਿੰਦਾ ਮੈਂ ਜਿਸ ਪੁੱਤਰਾਂ ਪਿੱਛੇ ਲੱਗਿਆ ਸੀ, ਮਾਇਆ ਪਿੱਛੇ ਲੱਗਿਆ ਸੀ, ਇਹ ਮੇਰੇ ਸੱਕੇ ਨਹੀਂ। ਕਬੀਰ ਜੀ ਬਿਲਕੁਲ ਠੀਕ ਕਹਿੰਦੇ ਸੀ ਕਿ ਜਿਨ੍ਹਾਂ ਨੂੰ ਤੂੰ ਆਪਣਾ ਬਣਾਉਂਦਾ ਫਿਰਦਾ ਹੈ, ਇੱਕ ਦਿਨ ਤੈਨੂੰ ਆਪ ਹੀ ਧੋਖਾ ਦੇਣਗੇ, ਫਿਰ ਤੈਨੂੰ ਪਤਾ ਲੱਗ ਜਾਊਗਾ ਉਹਨਾਂ ਪਿੱਛੇ ਕਿੰਨਾ ਮੋਹ ਤੂੰ ਪਾਲਿਆ। ਪਰ ਅੱਜ ਜੋਨੀਆਂ ਭੁਗਤ ਕੇ ਵੀ ਤੇਰਾ ਭਲਾ ਹੋਇਆ। ਤਾਂ ਹੀ ਸੰਗਤ ਕਰਾਉਂਦੇ ਸੀ। ਕਬੀਰ ਜੀ ਨੂੰ ਪਤਾ ਸੀ ਆਉਣ ਵਾਲਾ ਸਮਾਂ, ਤੇ ਕਬੀਰ ਜੀ ਬਾਰ-ਬਾਰ ਉਹਦੀ ਦੁਕਾਨ ਤੇ ਜਾਂਦੇ ਸੀ, ਹੀਰੇ ਦੇ ਵਪਾਰੀ ਦੇ, ਸੇਠ ਦੇ। ਪਰ ਕਰਮਾਂ 'ਚ ਨਹੀਂ ਸੀ ਜੀ, ਇਹ ਜੂਨੀਆਂ 'ਚ ਉਹਨੇ ਜਾਣਾ ਸੀ। ਭਾਈ ਅਸੀਂ ਉਸ ਸੇਠ ਵਰਗੇ ਨਾ ਬਣੀਏ, ਅਸੀਂ ਰੋਜ਼ਾਨਾ ਸੰਗਤ ਕਰਿਆ ਕਰੀਏ, ਭਾਵੇਂ ਥੋੜੀ ਕਰੋ ਜ਼ਿਆਦਾ ਕਰੋ, ਲੇਕਿਨ ਸੰਗਤ ਵਿੱਚ ਆ ਕੇ ਨਾਮ ਜਪਿਆ ਕਰੀਏ। ਘਰ ਗ੍ਰਸਤੀ ਵੀ ਚਲਾਣੀ ਹੈ, ਪਰ ਧਿਆਨ ਹਮੇਸ਼ਾ ਨਾਮ ਵਿੱਚ ਰਹਿਣਾ ਚਾਹੀਦਾ। ਮਾਇਆ ਤੋਂ ਉੱਤੇ ਰਹਿਣਾ ਹੈ, ਮਾਇਆ ਵਿੱਚ ਗਲਤਾਨ ਨਹੀਂ ਹੋਣਾ। ਮਾਇਆ ਵਰਤਣੀ ਜ਼ਰੂਰ ਹੈ, ਕਾਰੋ ਵਿਵਹਾਰ ਵਿੱਚ, ਬੱਚਿਆਂ ਦੇ ਵਿੱਚ, ਕਾਰਜਾਂ ਵਿੱਚ ਖਰਚ ਜ਼ਰੂਰ ਕਰਨੀ ਹੈ, ਪਰ ਮਾਇਆ ਵਿੱਚ ਗਲਤਾਨ ਹੋ ਕੇ ਨਹੀਂ ਰਹਿਣਾ, ਮੋਹ ਨਹੀਂ ਪਾਉਣਾ। ਨਾਮ ਜਪਣਾ ਹੈ, ਸੰਗਤ ਕਰਨੀ ਹੈ, ਅੰਮ੍ਰਿਤ ਵੇਲੇ ਜਾਗਣਾ ਹੈ। ਇਹੀ ਇਸ ਸਾਖੀ ਤੋਂ ਗਿਆਨ ਪ੍ਰਾਪਤ ਹੁੰਦਾ ਹੈ। ਸਾਰੇ ਨਾਮ ਜਪੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਕਲਗੀਆਂ ਵਾਲੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਨਾਨਕ